ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਿੰਘ ਮੋਟਰਸਾਈਕਲ ਕਲੱਬ ਦੁਬਈ ਤੋਂ ਆਏ ਹਾਂ। ਤਾਂ ਯਾਤਰਾ ਕਰਨਾਲ ਤੋਂ ਆਰੰਭ ਹੋਈ ਹੈ ਤੇ ਅਸੀਂ ਡੇਰਾ ਬਾਬਾ ਨਾਨਕ ਅੱਜ ਰਾਤ ਰੁਕੇ ਹਾਂ। ਬਾਰਡਰ ਤੇ ਹਾਂ। ਹੁਣ ਅਸੀਂ ਚਾਲੇ ਪਾਉਣ ਲੱਗੇ ਹਾਂ ਬਾਰਡਰ ਵੱਲ ਤੇ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਦਰਸ਼ਨ ਕਰਾਂਗੇ। ਤੇ ਬਹੁਤ ਹੀ ਮਾਨ ਸਨਮਾਨ ਸਾਨੂੰ ਮਿਲਿਆ। ਹਰ ਚੀਜ਼ ਦੀ ਫੈਸਿਲਿਟੀ ਇੱਥੇ ਬਹੁਤ ਵਧੀਆ ਹੈ ਤੇ ਅਸੀਂ ਸਾਰਿਆਂ ਨੂੰ ਬੇਨਤੀ ਕਰਾਂਗੇ ਤੇ ਵੱਧ ਚੜ੍ਹ ਕੇ ਤੁਸੀਂ ਵੀ ਆਓ ਤੇ ਆਸ਼ੀਰਵਾਦ ਪਰਮਾਤਮਾ ਦਾ ਜਿਹੜਾ ਹੈ ਤੁਹਾਨੂੰ ਭਰਪੂਰ ਮਿਲੇਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਮੈਂ ਬਹੁਤ ਧੰਨਵਾਦੀ ਹਾਂ ਕਿ ਬਾਬਾ ਸੁੱਖਾ ਸਿੰਘ ਜੀ ਜਿਹੜੇ ਕਰਨਾਲ ਮਾਈਵਾੜੇ ਗੁਰਦੁਆਰੇ ਦੇ ਹੈੱਡ ਨੇ, ਉਹਨਾਂ ਨੇ ਸਾਨੂੰ ਇਹ ਓਪਰਚੁਨਿਟੀ ਬਖਸ਼ੀ ਹੈ ਤੇ ਅਸੀਂ ਅੱਜ ਕਰਤਾਰਪੁਰ ਸਾਹਿਬ ਜਾ ਰਹੇ ਹਾਂ ਤੇ ਉੱਥੇ ਦਰਸ਼ਨ ਕਰਨ ਦੀ ਮਤਲਬ ਆਪਾਂ ਲੱਕੀ ਹਾਂ ਕਿ ਆਪਾਂ ਉੱਥੇ ਤੱਕ ਪਹੁੰਚ ਰਹੇ ਹਾਂ। ਤੇ ਬਹੁਤ ਵਧੀਆ ਫੈਸਿਲਿਟੀ ਬਖਸ਼ੀ ਉਹਨਾਂ ਨੇ। ਪਹਿਲੇ ਟਰੈਵਲਰਸ ਜਿਹੜੀ ਹੈ 16 ਬੰਦੇ ਇੱਕ ਟਰੈਵਲਰ ਤੇ ਬਿਲਕੁਲ ਕੰਫਰਟੇਬਲੀ ਆਪਾਂ ਆਏ ਹਾਂ ਤੇ ਪੂਰੀ ਮਤਲਬ ਵਿੱਚ ਇੱਕ ਟਰੈਵਲਰ ਦਾ ਜਿਵੇਂ ਹੋ ਗਿਆ ਸੀ ਤੇ ਨਾਲ ਦੇ ਨਾਲ ਉਹਨਾਂ ਨੇ ਸੋਲੂਸ਼ਨ ਕੀਤਾ ਹੈ ਤੇ ਇੰਤਜ਼ਾਮ ਕੀਤਾ ਹੈ ਨਵੀਂ ਟਰੈਵਲਰ ਦਾ। ਵਿਦਿਨ 10 ਮਿੰਟਸ ਨਵੀਂ ਟਰੈਵਲਰ ਆ ਗਈ ਸੀ ਤੇ ਆਪਾਂ ਬਹੁਤ ਧੰਨਵਾਦੀ ਹਾਂ ਕਿ ਅਸੀਂ ਦਰਦੀ ਆਪਾਂ ਹਾਂਜੀ ਬਾਬਾ ਜੀ ਨੇ ਸਾਡੇ ਤੇ ਕਿਰਪਾ ਕੀਤੀ ਹੈ ਤੇ ਹੁਣ ਆਪਾਂ ਕਰਤਾਰਪੁਰ ਸਾਹਿਬ ਜਾ ਰਹੇ ਹਾਂ ਤੇ ਉੱਥੇ ਵੀ ਵਧੀਆ ਦਰਸ਼ਨ ਦੀ ਉਮੀਦ ਹੈ ਤੇ ਹੋਏਗੇ। ਨੈਕਸਟ ਟਾਈਮ ਫੇਰ ਆਵਾਂਗੇ। ਇਹ ਯਾਤਰਾ ਕਰਨਾਲ ਡੇਰਾ ਕਾਰ ਸੇਵਾ ਤੋਂ ਸੰਤ ਬਾਬਾ ਸੁੱਖਾ ਸਿੰਘ ਜੀ ਕਾਰ ਸੇਵਾ ਵਾਲੇ ਉਹਨਾਂ ਦੀ ਅਗਵਾਈ ਦੇ ਵਿੱਚ ਕੱਲ ਰਵਾਨਾ ਹੋਈ ਸੀ। ਇੰਟਰਨੈਸ਼ਨਲ ਸਿੱਖ ਫੋਰਮ ਜਿਹਦੀ ਸਥਾਪਨਾ ਪਦਮ ਸ਼੍ਰੀ ਸਰਦਾਰ ਜਗਜੀਤ ਸਿੰਘ ਜੀ ਨੇ ਦਰਦੀ ਨੇ ਕੀਤੀ ਹੈ। ਇੰਟਰਨੈਸ਼ਨਲ ਸਿੱਖ ਫੋਰਮ ਵੱਲੋਂ ਤੇ ਸ਼੍ਰੋਮਣੀ ਗੱਤਕਾ ਫੈਡਰੇਸ਼ਨ ਆਫ ਇੰਡੀਆ ਵੱਲੋਂ ਕਰਨਾਲ ਦੀਆਂ ਸਾਰੀਆਂ ਸੰਗਤਾਂ ਸੰਤ ਬਾਬਾ ਸੁੱਖਾ ਸਿੰਘ ਜੀ ਦੀ ਅਗਵਾਈ ਦੇ ਵਿੱਚ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਆਈਆਂ ਨੇ। ਕੱਲ ਕਰਨਾਲ ਤੋਂ ਚੱਲ ਕੇ ਰਸਤੇ ਵਿੱਚ ਗੁਰੂ ਧਾਮਾਂ ਦੇ ਦਰਸ਼ਨ ਕਰਦੇ ਹੋਏ ਫਤਿਹਗੜ੍ਹ ਸਾਹਿਬ ਤੇ ਹੋਰ ਗੁਰੂ ਧਾਮਾਂ ਦੇ ਦਰਸ਼ਨ ਕਰਦੇ ਹੋਏ ਇੱਥੇ ਪਹੁੰਚੇ ਸਾਂ। ਅੱਜ ਕਰਤਾਰਪੁਰ ਸਾਹਿਬ ਦਰਸ਼ਨ ਕਰਾਂਗੇ ਤੇ ਕੱਲ ਕਰਤਾਰਪੁਰ ਸਾਹਿਬ ਸ਼ਾਮ ਨੂੰ ਨਿਕਲ ਕੇ ਆਪਾਂ ਦਰਬਾਰ ਸਾਹਿਬ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਜਾਵਾਂਗੇ। ਉੱਥੋਂ ਦਰਸ਼ਨ ਕਰਦੇ ਹੋਏ ਕੱਲ ਕਰਨਾਲ ਨੂੰ ਇਹ ਜਿਹੜੀ ਸੰਗਤ ਜਿਹੜੀ ਹੈ ਵਾਪਸ ਜਾਏਗੀ। ਸਾਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਕਿ ਇਹ 3-4 ਸਾਲ ਪਹਿਲਾਂ ਜਿਹੜਾ ਇੱਕ ਉਪਰਾਲਾ ਦੋਵਾਂ ਦੇਸ਼ਾਂ ਦੀ ਸਰਕਾਰਾਂ ਵੱਲੋਂ ਹੋਇਆ ਤੇ ਕਰਤਾਰਪੁਰ ਦਾ ਲਾਂਘਾ ਜਿਹੜਾ ਖੋਲ੍ਹਿਆ ਗਿਆ। ਇਸ ਵਾਸਤੇ ਅਸੀਂ ਦੋਨਾਂ ਸਰਕਾਰਾਂ ਦਾ ਧੰਨਵਾਦ ਕਰਦੇ ਹਾਂ। ਪਰ ਨਾਲ ਕੁਝ ਬੇਨਤੀਆਂ ਜਿਹੜੀਆਂ ਨੇ ਕਿਉਂਕਿ ਸੰਗਤੀ ਰੂਪ ਵਿੱਚ ਜੋ ਸਾਨੂੰ ਇਸ ਯਾਤਰਾ ਦੀ ਰਜਿਸਟ੍ਰੇਸ਼ਨ ਦੇ ਦੌਰਾਨ ਔਰ ਹੋਰ ਜਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਹ ਅਸੀਂ ਆਪ ਜੀ ਦੇ ਚੈਨਲ ਦੇ ਰਾਹੀਂ ਸਰਕਾਰ ਤੱਕ ਜ਼ਰੂਰ ਪਹੁੰਚਾਉਣਾ ਚਾਹਾਂਗੇ ਤੇ ਉਮੀਦ ਕਰਦੇ ਹਾਂ ਕਿ ਸਰਕਾਰ ਇਹਦੇ ਵੱਲ ਧਿਆਨ ਕਰਕੇ ਇਹਨਾਂ ਦਾ ਹੱਲ ਕਰੇਗੀ। ਇੱਕ ਤਾਂ ਜਿਹੜਾ ਰਜਿਸਟ੍ਰੇਸ਼ਨ ਹੁੰਦੀ ਹੈ ਉਹਦੇ ਵਿੱਚ ਗਰੁੱਪ ਰਜਿਸਟ੍ਰੇਸ਼ਨ ਦੀ ਕੋਈ ਫੈਸਿਲਿਟੀ ਨਹੀਂ ਹੈਗੀ। ਹੁਣ ਉਹਦੇ ਨਾਲ ਕੀ ਹੁੰਦਾ ਹੈ ਕਿ ਇੰਡੀਵਿਜੂਅਲ ਰਜਿਸਟ੍ਰੇਸ਼ਨ ਹੈ, ਜਿੱਥੇ ਹੀ ਸਲੋਟ ਪੂਰਾ ਹੁੰਦਾ ਹੈ ਉੱਥੇ ਹੀ ਰਜਿਸਟ੍ਰੇਸ਼ਨ ਦੀ ਡੇਟ ਬੰਦ ਹੋ ਜਾਂਦੀ ਹੈ। ਸਾਡੇ ਗਰੁੱਪ ਦੇ ਵਿੱਚ ਇੱਕ ਪਰਿਵਾਰ ਹੈ ਜਿਹਦੀ ਛੋਟੀ ਬੱਚੀ ਦੀ ਰਜਿਸਟ੍ਰੇਸ਼ਨ ਅੱਜ ਦੀ ਡੇਟ 'ਚ ਹੈ ਤੇ ਉਹਨਾਂ ਦੇ ਬਾਕੀ ਪਰਿਵਾਰ ਦੇ ਮੈਂਬਰਾਂ ਦੀ ਕੱਲ ਦੀ ਡੇਟ 'ਚ ਰਜਿਸਟ੍ਰੇਸ਼ਨ ਹੈ। ਸੋ ਇੱਕ ਹੀ ਪਰਿਵਾਰ ਜਿਹੜਾ ਅਲੱਗ-ਅਲੱਗ ਡੇਟ ਤੇ ਰਜਿਸਟ੍ਰੇਸ਼ਨ ਹੋਣ ਡਈ ਹੈ। ਇੱਕ ਹੀ ਗਰੁੱਪ ਜਿਹੜਾ ਉਹ ਇੱਕ ਦਿਨ ਰਜਿਸਟ੍ਰੇਸ਼ਨ ਨਹੀਂ ਕਰਾ ਸਕਦਾ। ਸੋ ਇੱਕ ਤਾਂ ਗਰੁੱਪ ਰਜਿਸਟ੍ਰੇਸ਼ਨ ਦੀ ਫੈਸਿਲਿਟੀ ਹੋਣੀ ਚਾਹੀਦੀ ਹੈ ਕਿ ਕੋਈ 50 ਦਾ 100 ਦਾ ਗਰੁੱਪ ਹੈ ਉਹਦਾ ਸਲੋਟ ਇਕੱਠਾ ਬੁੱਕ ਹੋ ਜਾਏ। ਉਸ ਤੋਂ ਬਾਅਦ ਉਹ ਆਪਣੇ ਨਾਮ ਜਿਹੜੇ ਨੇ ਔਰ ਪਾਸਪੋਰਟ ਜਿਹੜੇ ਨੇ ਉਹ ਅਪਲੋਡ ਕਰਦਾ ਰਹੇ ਤਾਂ ਕਿ ਪੂਰਾ ਗਰੁੱਪ ਜਿਹੜਾ ਇਕੱਠਾ ਹੋਣਾ ਚਾਹੇ ਤੇ ਇਕੱਠਾ ਆ ਸਕੇ। ਸਾਡਾ ਵੀ ਅੱਜ ਕਰੀਬ 250 ਦਾ ਗਰੁੱਪ ਸੀ ਜਿਹਦੇ ਚੋਂ ਲਗਭਗ 125 ਦਾ ਗਰੁੱਪ ਅੱਜ ਆਇਆ। ਬਾਕੀ ਕੱਲ ਦਰਬਾਰ ਸਾਹਿਬ ਚਲੇ ਗਏ ਨੇ, ਉਹਨਾਂ ਨੂੰ ਕੱਲ ਦੀ ਡੇਟ ਮਿਲੀ ਹੈ। ਸੋ ਇਹ ਬੜਾ ਜ਼ਰੂਰੀ ਹੈ ਕਿ ਇਹ ਸੁਧਾਰ ਕੀਤਾ ਜਾਵੇ। ਦੂਜੀ ਇੱਕ ਬੜੀ ਹੈਰਾਨੀ ਦੀ ਗੱਲ ਹੈ ਕਿ ਜਿੰਨੇ ਤੇ ਪਾਕਿਸਤਾਨ ਵੀਜ਼ਾ ਲੈ ਕੇ ਜਾਣਾ ਐਮਬੈਸੀ ਤੋਂ ਉਹਦੀ ਕੋਈ ਪੁਲਿਸ ਇਨਕੁਆਇਰੀ ਨਹੀਂ ਹੁੰਦੀ। ਉਹ ਪਾਕਿਸਤਾਨ ਐਮਬੈਸੀ ਤੋਂ ਵੀਜ਼ਾ ਲਾਉਂਦਾ ਹੈ ਔਰ ਸਿੱਧਾ ਬਾਰਡਰ ਤੇ ਜਾ ਕੇ ਪਾਕਿਸਤਾਨ ਐਂਟਰ ਕਰ ਜਾਂਦਾ ਹੈ। ਲੇਕਿਨ ਇਹ ਕਰਤਾਰਪੁਰ ਸਾਹਿਬ ਕੋਰੀਡੋਰ ਜਿਹੜਾ ਇੱਕ ਛੋਟਾ ਹਿੱਸਾ ਹੈ ਜਿਹਦੇ 'ਚ ਕੇਵਲ ਕਰਤਾਰਪੁਰ ਸਾਹਿਬ ਗੁਰੂ ਘਰ ਦੇ ਦਰਸ਼ਨ ਕਰਕੇ ਆਉਣੇ ਨੇ, ਉਹਦੇ ਵਾਸਤੇ ਆਈਬੀ ਇਨਕੁਆਇਰੀ ਪੁਲਿਸ ਇਨਕੁਆਇਰੀ ਉਹ ਇੰਨਾ ਲੰਬਾ ਪ੍ਰੋਸੈਸ ਹੈ। ਦੂਜੀ ਗੱਲ ਜਿਹਦਾ ਰਿਜੈਕਟ ਕਰ ਦਿੱਤਾ ਜਾਂਦਾ ਹੈ ਉਹਦਾ ਕੋਈ ਕਾਰਨ ਨਹੀਂ ਦੱਸਿਆ ਜਾਂਦਾ। ਇਸ ਗਰੁੱਪ ਦੇ ਵਿੱਚ ਸਾਡਾ ਇੱਕ ਪਰਿਵਾਰ ਹੈ ਇੱਥੇ ਆਏ ਹੋਏ ਨੇ ਗੁਰਮੀਤ ਸਿੰਘ ਜੀ, ਉਹਨਾਂ ਦਾ ਉਹਨਾਂ ਦੀ ਵਾਈਫ ਦਾ ਉਹਨਾਂ ਦੇ ਬੱਚੇ ਦਾ ਉਹਨਾਂ ਦੀ ਮਾਤਾ ਜੀ ਦਾ ਸਭ ਦਾ ਓਕੇ ਹੋ ਗਿਆ ਔਰ ਪਿਤਾ ਜੀ ਜਿਹੜੇ ਰਿਟਾਇਰਡ ਗਵਰਨਮੈਂਟ EMPLOYE ਨੇ ਕਿਸੇ ਤਰ੍ਹਾਂ ਦਾ ਕਦੀ ਕੋਈ ਕੇਸ ਨਹੀਂ, ਉਹਨਾਂ ਦਾ ਰਿਜੈਕਟ ਕਰਤਾ ਗਿਆ। ਔਰ ਰਿਜੈਕਸ਼ਨ ਦਾ ਕਾਰਨ ਕੀ ਸਾਨੂੰ ਕਿਸੇ ਨੂੰ ਪਤਾ ਹੀ ਨਹੀਂਗਾ। ਸੋ ਇਹ ਚੀਜ਼ਾਂ ਮੈਂ ਸਮਝਦਾ ਵਾਂ ਈਜੀ ਕਿਉਂਕਿ ਗੁਰੂ ਘਰ ਦਰਸ਼ਨ ਕਰਨ ਜਾ ਰਹੇ ਨੇ, ਕਿਸੇ ਪ੍ਰਕਾਰ ਦਾ ਕੋਈ ਇਹੋ ਜਿਹੇ ਕੰਮ ਨਹੀਂ ਜਾ ਰਹੇ ਕਿ ਜਿਹਦੇ ਵਾਸਤੇ ਇੰਨੇ ਜ਼ਿਆਦਾ ਜਿਹੜਾ ਸਖਤ ਨਿਯਮ ਜਿਹੜੇ ਕਾਨੂੰਨ ਬਣਾਏ ਜਾਣ। ਸੋ ਇਹਦੇ ਵਿੱਚ ਸੁਧਾਰ ਕੀਤਾ ਜਾਵੇ। ਇੱਕ ਜਿਹੜੀ ਪਾਸਪੋਰਟ ਦੀ ਕੰਪਲਸ਼ਨ ਹੈ ਉਹ ਖਤਮ ਹੋਣੀ ਚਾਹੀਦੀ ਹੈ। ਮੈਂ ਨਹੀਂ ਸਮਝਦਾ ਕਿ ਤੁਸੀਂ ਇਹਦੇ 'ਚ ਕੋਈ ਜਦ ਵੀਜ਼ਾ ਨਹੀਂ ਲੱਗ ਰਿਹਾ, ਪਾਸਪੋਰਟ ਤੇ ਕੋਈ ਐਂਟਰੀ ਨਹੀਂ ਹੋ ਰਹੀ ਤੇ ਪਾਸਪੋਰਟ ਦੀ ਕੰਪਲਸ਼ਨ ਕਿਉਂ ਹੈ।
ਅਗਰ ਪਾਸਪੋਰਟ ਤੁਸੀਂ ਕੇਵਲ ਦੇਖਣਾ ਵੀ ਹੈ ਤੇ ਉਹਦੀ ਫੋਟੋ ਜਿਹੜੀ ਹੈ ਉਹਦਾ ਕੁਝ ਵੀ ਦੇਖ ਲਓ। ਓਰੀਜਨਲ ਪਾਸਪੋਰਟ ਕਈ ਵਾਰੀ ਬੰਦਾ ਗਲਤੀ ਨਾਲ ਘਰ ਭੁੱਲ ਆਉਂਦਾ ਹੈ। ਔਰ ਸਭ ਤੋਂ ਵੱਡੀ ਗੱਲ, ਜਿਨ੍ਹਾਂ ਕੋਲ ਆਧਾਰ ਕਾਰਡ ਹੈਗੇ ਨੇ ਉਹ ਨੈਸ਼ਨਲ ਆਇਡੈਂਟੀਟੀ ਇੱਕ ਪ੍ਰੂਫ ਹੈ, ਉਹਦੇ ਉੱਪਰ ਸਭ ਨੂੰ ਫੈਸਿਲਿਟੀ ਹੋਣੀ ਚਾਹੀਦੀ ਹੈ। ਪਿੰਡਾਂ ਦੇ ਵਿੱਚ ਕਈ ਲੋਕ ਹੈਗੇ ਨੇ ਜਿਨ੍ਹਾਂ ਕੋਲ ਪਾਸਪੋਰਟ ਨਹੀਂ ਹੁੰਦੇ। ਸੋ ਮੈਂ ਸਮਝਦਾ ਕਿ ਇਹ ਜਿਹੜੀ ਕਰਤਾਰਪੁਰ ਸਾਹਿਬ ਦੀ ਯਾਤਰਾ ਹੈ, ਦੋਵਾਂ ਸਰਕਾਰਾਂ ਨੇ ਬੜਾ ਚੰਗਾ ਉਪਰਾਲਾ ਕੀਤਾ ਹੈ। ਇਸ ਉਪਰਾਲੇ ਦਾ ਵੱਧ ਤੋਂ ਵੱਧ ਸੰਗਤ ਜਿਹੜੀ ਉਹ ਫਾਇਦਾ ਚੁੱਕੇ। ਇਹਦੇ ਵਾਸਤੇ ਜ਼ਰੂਰੀ ਹੈ ਕਿ ਇਹਦੇ ਵਿੱਚ ਜਿਹੜਾ ਨਿਯਮਾਂ ਦੇ ਵਿੱਚ ਢੀਲ ਦਿੱਤੀ ਜਾਏ। ਦੂਜੀ, ਮੈਂ ਆਪ ਜੀ ਦੇ ਚੈਨਲ ਰਾਹੀਂ ਸ਼੍ਰੋਮਣੀ ਕਮੇਟੀ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਦੇਖੋ ਕਰਤਾਰਪੁਰ ਸਾਹਿਬ ਬਹੁਤ ਸੋਹਣਾ ਸਥਾਨ ਬਣਿਆ। ਜਦੋਂ ਉੱਥੇ ਜਾਈਏ, ਅਸੀਂ ਪਹਿਲਾਂ ਜਾ ਕੇ ਆਏ ਹਾਂ ਤੇ ਅੱਖਾਂ ਜਿਹੜੀਆਂ ਨੇ, ਅੱਖਾਂ ਦੀ ਭੁੱਖ ਲੈਂਦੀ ਹੈ ਕਿ ਵਾਕਈ ਗੁਰੂ ਘਰ ਜਿਹੜਾ ਇੰਨਾ ਸੋਹਣਾ ਬਣਾਇਆ ਗਿਆ ਹੈ। ਬਾਰਡਰ ਦੇ ਇਸ ਪਾਸੇ ਜਿਹੜਾ ਇਹ ਸਥਾਨ ਹੈ, ਬੜਾ ਸੋਹਣਾ ਸਥਾਨ ਬਣਿਆ, ਹਾਲ ਬੜਾ ਸੋਹਣਾ ਬਣਿਆ ਹੈ। ਸੰਗਤ ਵਾਸਤੇ ਜਿਹੜੇ ਮੈਂ ਸਮਝਦਾ ਕਿ ਥੋੜਾ ਜਿਹਾ ਸ਼੍ਰੋਮਣੀ ਕਮੇਟੀ ਨੂੰ ਧਿਆਨ ਦੇ ਕੇ ਇੱਥੇ ਬੇਸਿਕ ਫੈਸਿਲਿਟੀਆਂ ਜਿਹੜੀਆਂ ਨੇ ਉਹ ਹੋਰ ਵਧਾਉਣ ਦੀ ਜ਼ਰੂਰਤ ਹੈ। ਇੱਥੇ ਰੋਜ਼ ਸੰਗਤ ਨੂੰ ਇਹ ਦਿੱਕਤ ਆਉਂਦੀ ਹੈ, ਕੋਈ ਗਲਤੀ ਨਾਲ ਆਪਣੀ ਕੋਈ ਰਿਪੋਰਟ ਘਰ ਛੱਡ ਆਇਆ, ਕੋਈ RT-PCR ਟੈਸਟ ਦੀ ਰਿਪੋਰਟ ਘਰ ਛੱਡ ਆਇਆ। ਇੱਥੇ ਘੱਟੋ ਘੱਟ ਇੱਕ ਕੰਪਿਊਟਰ ਸੈਂਟਰ ਹੋਣਾ ਚਾਹੀਦਾ ਹੈ ਜਿੱਥੇ ਸੰਗਤ ਜਿਹੜੀ ਹੈ ਆਪਣੇ ਕੋਈ ਅਗਰ ਕਿਸੇ ਕੋਲ ਕੰਪਿਊਟਰ 'ਚ ਈਮੇਲ ਤੇ ਕੁਝ ਹੈਗਾ ਤੇ ਉਹਨੂੰ ਡਾਊਨਲੋਡ ਕਰ ਸਕੇ। ਉਹ ਡਾਊਨਲੋਡ ਕਰਨ ਵਾਸਤੇ ਹੁਣ ਜਿਵੇਂ ਕੋਈ ਲੱਭਾਂਗੇ, ਕੋਈ ਦੁਕਾਨ ਲੱਭਾਂਗੇ ਜਿਨ੍ਹਾਂ ਦੀ RT-PCR ਟੈਸਟ ਦੀਆਂ ਰਿਪੋਰਟਾਂ ਸਾਡੇ ਕੋਲ ਨੇ, ਉਹਨਾਂ ਦੀ ਪ੍ਰਿੰਟ ਨਹੀਂ ਹੈਗੀ, ਕਿਉਂਕਿ 72 ਘੰਟੇ ਦੀ ਕੰਪਲਸ਼ਨ ਹੈ। ਹੁਣ ਜਿਹਨੇ ਕਰਨਾਲ ਤੋਂ ਚੱਲਣਾ ਹੈ ਉਹਨੂੰ ਇੱਕ ਦਿਨ ਪਹਿਲਾਂ ਕਰਵਾਉਣਾ ਪਏਗਾ, ਰਿਪੋਰਟ ਅਗਲੇ ਦਿਨ ਆਉਂਦੀ ਹੈ, ਉਹ WhatsApp ਤੇ ਮੈਸੇਜ ਆਉਂਦਾ ਹੈ, ਉਹਨੂੰ ਇੱਥੇ ਡਾਊਨਲੋਡ ਕਰਨ ਦੀ ਫੈਸਿਲਿਟੀ ਹੋਣੀ ਚਾਹੀਦੀ ਹੈ। ਘੱਟੋ ਘੱਟ ਬੇਸਿਕ ਜੀ ਫੈਸਿਲਿਟੀ ਹੈ ਸ਼੍ਰੋਮਣੀ ਕਮੇਟੀ ਦੇਵੇ। ਜਿਹੜੀ ਕਮਰਿਆਂ ਦੇ ਵਿੱਚ ਰਿਹਾਇਸ਼ ਦੇ ਇੰਤਜ਼ਾਮ ਨੇ, ਮੈਂ ਸਮਝਦਾ ਕਿ ਉਹਦੇ 'ਚ ਥੋੜਾ ਜਿਹਾ ਹੋਰ ਸੁਧਾਰ ਕਰਨ ਦੀ ਲੋੜ ਹੈ। ਅਗਰ ਛੋਟੀਆਂ ਚੀਜ਼ਾਂ ਹੋ ਜਾਣ ਤੇ ਕਰਤਾਰਪੁਰ ਸਾਹਿਬ ਜਿਹੜੀ ਸੰਗਤ ਆਉਂਦੀ ਹੈ ਉਹਦੇ ਵਿੱਚ ਹੋਰ ਜ਼ਿਆਦਾ ਇਜ਼ਾਫਾ ਹੋਵੇਗਾ। ਸੰਗਤ ਹੋਰ ਜ਼ਿਆਦਾ ਮੈਂ ਸਮਝਦਾ ਕਿ ਵੱਧ ਚੜ ਕੇ ਗੁਰੂ ਘਰਾਂ ਦੇ ਦਰਸ਼ਨ ਕਰਨ ਵਾਸਤੇ ਆਏਗੀ। ਮੈਂ ਬੇਨਤੀ ਕਰਨਾ ਚਾਹੁੰਦਾ ਸ਼੍ਰੋਮਣੀ ਕਮੇਟੀ ਨੂੰ ਖਾਸ ਤੌਰ ਤੇ ਕਿ ਅਸੀਂ ਰੋਜ਼ ਅਰਦਾਸ ਕਰਨੇ ਆ ਕਿ ਸਤਿਗੁਰੂ ਜਿਹੜੇ ਗੁਰੂ ਧਾਮ ਜਿਨ੍ਹਾਂ ਤੋਂ ਸਾਨੂੰ ਛੋੜਿਆ ਗਿਆ ਹੈ, ਉਹਨਾਂ ਦੇ ਦਰਸ਼ਨ ਦਿਦਾਰੇ ਤੇ ਸੇਵਾ ਸੰਭਾਲ ਸਾਨੂੰ ਬਖਸ਼ੀ ਜਾਏ। ਉਹਨਾਂ ਦੀ ਸੇਵਾ ਸੰਭਾਲ ਸਾਨੂੰ ਮਿਲੇ ਜਿਹੜੇ ਗੁਰੂ ਘਰ ਪਾਕਿਸਤਾਨੀਆਂ ਹੋਰ ਥਾਵਾਂ ਤੇ ਰਹਿ ਗਏ ਨੇ, ਇਹ ਸਾਡੀ ਅਰਦਾਸ ਹੈ। ਪਰ ਜਿਹੜੇ ਸਾਡੇ ਕੋਲ ਹੈਗੇ ਨੇ ਉਹਨਾਂ ਦੀ ਸੇਵਾ ਸੰਭਾਲ ਹੋਰ ਬਿਹਤਰ ਤਰੀਕੇ ਨਾਲ ਹੋਵੇ, ਇਹ ਮੈਂ ਜ਼ਰੂਰ ਸ਼੍ਰੋਮਣੀ ਕਮੇਟੀ ਨੂੰ ਅਪੀਲ ਕਰਨਾ ਚਾਹੁੰਦਾ। ਤੇ ਬਾਕੀ ਅਸੀਂ ਬੜਾ ਸਾਰੀ ਸੰਗਤ ਜਿਹੜੀ ਅੱਜ ਆਪਣੇ ਆਪ ਨੂੰ ਵਡਭਾਗੀ ਸਮਝਦੇ ਹਾਂ। ਸਾਡੇ ਚੰਗੇ ਕਰਮ ਨੇ ਕਿ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਕਿਉਂਕਿ ਗੁਰੂ ਦੀ ਕਿਰਪਾ ਤੋਂ ਬਿਨਾਂ ਗੁਰੂ ਦੇ ਸਥਾਨਾਂ ਦੇ ਦਰਸ਼ਨ ਨਹੀਂ ਹੋ ਸਕਦੇ। ਔਰ ਅਸੀਂ ਉਸ ਸਥਾਨ ਦੇ ਦਰਸ਼ਨ ਕਰਨ ਜਾ ਰਹੇ ਹਾਂ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਜ਼ਿੰਦਗੀ ਦੇ 18 ਸਾਲ ਗੁਜ਼ਾਰੇ ਤੇ ਆਪਣੇ ਹੱਥੀਂ ਕਿਰਤ ਕਰਕੇ, ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਜਿਹੜਾ ਸਿਧਾਂਤ ਹੈ ਉਹਨੂੰ ਆਪਣੇ ਹੱਥੀਂ ਆਪਣੇ ਤੇ ਪ੍ਰੈਕਟੀਕਲ ਕਰਕੇ ਦਿਖਾਇਆ। ਉਸ ਪਵਿੱਤਰ ਸਥਾਨ ਦੇ ਦਰਸ਼ਨ ਕਰਨ ਜਾ ਰਹੇ ਹਾਂ। ਅਸੀਂ ਸਾਰੇ ਆਪਣੇ ਆਪ ਨੂੰ ਬੜੇ ਵਡਭਾਗੇ ਸਮਝਦੇ ਹਾਂ ਜੀ।